BSc ਭਾਗ ਦੂਸਰਾ ਦੇ ਪੰਜਾਬੀ ਲਾਜ਼ਮੀ ਦੇ ਵਿਦਿਆਰਥੀਓ, ਅੱਜ ਆਪਾਂ ਤੁਹਾਡੇ ਨਾਵਲ ਇੱਕ ਮਿਆਨ ਦੋ ਤਲਵਾਰਾਂ ਜਿਹੜਾ ਕਿ ਤੁਹਾਡੇ ਪਾਠਕ੍ਰਮ ਵਿੱਚ ਤੁਹਾਡੇ ਸਿਲੇਬਸ ਦੇ ਵਿੱਚ ਨਿਰਧਾਰਤ ਹੈ ਉਹਦੇ ਬਾਰੇ ਗੱਲ ਕਰਾਂਗੇ। ਇਸ ਨਾਵਲ ਦੇ ਲੇਖਕ ਨਾਨਕ ਸਿੰਘ ਹਨ ਔਰ ਇਸ ਨਾਵਲ ਦਾ ਜਿਹੜਾ ਬਣਤਰ ਕਿਸ ਤਰ੍ਹਾਂ ਦੀ ਹੈ, ਇਸ ਨਾਵਲ ਦੇ ਵਿੱਚ ਲੇਖਕ ਨੇ ਆਪਣੇ ਵਿਚਾਰਾਂ ਨੂੰ ਕਿਸ ਢੰਗ ਨਾਲ ਪੇਸ਼ ਕੀਤਾ ਹੈ, ਉਹ ਵਿਚਾਰ ਕਿਸ ਤਰ੍ਹਾਂ ਦੇ ਹੈ, ਵਿਸ਼ਾ ਕੀ ਹੈ, ਉਸ ਵਿਸ਼ੇ ਨੂੰ ਪੇਸ਼ ਕਰਨ ਦੇ ਲਈ ਲੇਖਕ ਨੇ ਕਿਹੜੇ ਜੁਗਤਾਂ ਦੀ ਵਰਤੋਂ ਕੀਤੀ ਹੈ ਉਹਦੇ ਬਾਰੇ ਗੱਲ ਕਰਾਂਗੇ, ਕਲਾ ਪੱਖ ਬਾਰੇ ਗੱਲ ਕਰਾਂਗੇ। ਨਾਨਕ ਸਿੰਘ ਦਾ ਨਾਵਲ ਇੱਕ ਮਿਆਨ ਦੋ ਤਲਵਾਰਾਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਪਿਛਲੇ ਲੈਕਚਰ ਦੇ ਵਿੱਚ ਕਿ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਨਾਮ ਮਿਲਿਆ ਹੋਇਆ ਔਰ ਇਹ 1 ਸਾਲ ਦੀ ਸਰਵੋਤਮ ਕਿਤਾਬ ਰਹੀ ਹੈ। ਨਾਨਕ ਸਿੰਘ ਨੂੰ ਜਿਹੜਾ ਸਾਹਿਤ ਅਕਾਦਮੀ ਦਾ ਨਾਮ ਮਿਲਿਆ ਸੀ ਉਹ ਇਸੇ ਕਿਤਾਬ ਦੇ ਉੱਪਰ ਮਿਲਿਆ ਸੀ। ਜਿਸ ਤਰ੍ਹਾਂ ਦੇਖੋ ਤੁਸੀਂ ਕਿ ਇਸ ਨਾਵਲ ਦੇ ਵਿੱਚ ਜਿਹੜੇ ਨਾਵਲ ਦੀਆਂ ਜੁਗਤਾਂ ਹੈਗੀਆਂ, ਕਲਾਤਮਕ ਜੁਗਤਾਂ ਦੀ ਬਣਤਰ ਕਿਸ ਤਰ੍ਹਾਂ ਬਣਾਈ ਹੈ। ਇਸ ਨਾਵਲ ਨੂੰ ਲੇਖਕ ਨੇ ਕੁੱਲ 3 ਭਾਗਾਂ ਦੇ ਵਿੱਚ ਵੰਡਿਆ। ਜੋ ਤੁਸੀਂ ਨਾਵਲ ਪੜ੍ਹਦੇ ਹੋ, ਨਾਵਲ ਪੜ੍ਹੋਗੇ ਤੇ ਉਹਦੇ ਕੁੱਲ 3 ਭਾਗ ਬਣਾਏ ਹੋਏ ਆ। ਕੁੱਲ ਉਹਦੇ 44 ਕਾਂਡ ਹੈਗੇ। ਉਹਨਾਂ 44 ਕਾਂਡਾਂ ਨੂੰ 3 ਭਾਗਾਂ ਦੇ ਵਿੱਚ ਲੇਖਕ ਨੇ ਵੰਡਿਆ ਹੋਇਆ ਹੈ। ਇਹ ਜਿਹੜੇ 3 ਭਾਗ ਹਨ ਉਹ ਉਹਨਾਂ ਦੇ ਵਿੱਚ ਜਿਹੜਾ ਵਿਸ਼ਾ ਹੈਗਾ ਉਹਦਾ ਵਿਸਥਾਰ ਕੀਤਾ ਹੋਇਆ 3 ਭਾਗਾਂ ਦੇ ਵਿੱਚ। ਉਹ ਕਿਸ ਤਰ੍ਹਾਂ ਕੀਤਾ ਹੈਗਾ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ। ਦੇਖੋ, ਇੱਕ ਮਿਆਨ ਦੋ ਤਲਵਾਰਾਂ ਨਾਵਲ ਦੇ ਜਿਹੜੇ ਪਹਿਲਾ ਭਾਗ ਹੈ ਉਹਦਾ ਜਿਹੜਾ ਵਿਸਥਾਰ ਹੈਗਾ 1 ਨੰਬਰ ਕਾਂਡ ਤੋਂ ਲੈ ਕੇ ਕੁੱਲ ਉਹਦੇ 10 ਕਾਂਡ ਹੈ। 1 ਨੰਬਰ ਕਾਂਡ ਤੋਂ ਲੈ ਕੇ 10 ਨੰਬਰ ਕਾਂਡ ਤੱਕ ਪਹਿਲਾ ਜਿਹੜਾ ਭਾਗ ਆ ਉਹ ਫੈਲਿਆ ਹੋਇਆ। ਇਸ ਕਾਂਡ ਦੇ ਵਿੱਚ ਨਾ ਕੁੱਲ 10 ਚੈਪਟਰ ਸ਼ਾਮਲ ਹੈਗੇ ਆ। ਜਿਹੜਾ ਦੂਸਰਾ ਭਾਗ ਹੈਗਾ ਉਸ ਦੇ ਵਿੱਚ ਕੁੱਲ 15 ਚੈਪਟਰ ਹੈ, ਕੁੱਲ 15 ਕਾਂਡ ਹੈ ਤੇ ਇਹ 11 ਨੰਬਰ ਕਾਂਡ ਤੋਂ ਲੈ ਕੇ 25 ਨੰਬਰ ਕਾਂਡ ਤੱਕ ਫੈਲਿਆ ਹੋਇਆ ਹੈ ਜਾਂ ਇਸ ਦੇ ਵਿੱਚ 25 ਨੰਬਰ ਕਾਂਡ ਤੱਕ ਗੱਲ ਕੀਤੀ ਹੋਈ ਹੈ। ਤੀਸਰਾ ਭਾਗ ਹੈ ਜਿਹੜਾ ਉਹਦੇ ਕੁੱਲ 19 ਕਾਂਡ ਹੈ ਔਰ ਇਹ 19 ਜਿਹੜੇ ਕਾਂਡ ਹੈਗੇ ਆ ਇਹ 26 ਨੰਬਰ ਤੋਂ ਲੈ ਕੇ 44 ਨੰਬਰ ਤੱਕ ਫੈਲੇ ਹੋਏ ਹਨ। ਇਹਦਾ ਭਾਵ ਇਹ ਹੈ ਕਿ ਨਾਨਕ ਸਿੰਘ ਨੇ ਆਪਣੇ ਨਾਵਲ ਨੂੰ ਮੋਟੇ ਤੌਰ ਤੇ 3 ਭਾਗਾਂ ਦੇ ਵਿੱਚ ਵੰਡਿਆ ਕਿਉਂਕਿ ਬੜਾ ਲੰਬਾ ਨਾਵਲ ਹੈ ਇਹ। ਲਗਭਗ ਇਹਦੇ 350-360-65 ਪੇਜ ਹੈਗੇ ਆ ਔਰ ਇਹਨਾਂ 360-65 ਪੇਜਾਂ ਨੂੰ ਨਾਨਕ ਸਿੰਘ ਨੇ 3 ਭਾਗਾਂ ਦੇ ਵਿੱਚ ਵੰਡਿਆ ਹੋਇਆ। ਪਹਿਲੇ ਭਾਗ ਦੇ ਵਿੱਚ ਵਿਸ਼ੇ ਨੂੰ ਰੱਖਿਆ, ਦੂਸਰੇ ਭਾਗ ਦੇ ਵਿੱਚ ਔਰ ਤੀਸਰੇ ਭਾਗ ਦੇ ਵਿੱਚ। ਇਹ ਜਿਹੜੇ 3 ਭਾਗ ਵੰਡੇ ਹੈਗੇ ਆ, 3 ਭਾਗਾਂ ਨੂੰ ਅੱਗੋਂ ਲੇਖਕ ਨੇ ਕੀ ਕੀਤਾ ਹੈਗਾ ਉਹਦੇ ਵਿੱਚ ਪਹਿਲੇ ਭਾਗ ਦੇ ਵਿੱਚ ਜਿਹੜੇ ਉਹਨੇ ਪਾਤਰ ਲੈਤੇ ਉਹ ਸਾਰੇ ਕਾਲਪਨਿਕ ਪਾਤਰ ਹੈ। ਇਹਨਾਂ ਕਾਲਪਨਿਕ ਪਾਤਰਾਂ ਦੇ ਰਾਹੀਂ ਕਾਲਪਨਿਕ ਘਟਨਾਵਾਂ ਦੀ ਸਿਰਜਣਾ ਕੀਤੀ ਹੈ, ਉਹਨਾਂ ਦੀ ਪੇਸ਼ਕਾਰੀ ਕੀਤੀ ਹੈ ਔਰ ਜਿਹੜੀ ਇਹ ਪੇਸ਼ਕਾਰੀ ਹੈਗੀ ਹੈ ਨਾਵਲ ਦਾ ਨੂੰ ਸ਼ੁਰੂਆਤ ਕਰਦੀ ਹੈ। ਨਾਵਲ ਦੇ ਸ਼ੁਰੂ ਦੇ ਵਿੱਚ ਇਹ ਪਾਤਰ ਸ਼ਾਮਲ ਹੁੰਦੇ ਆ, ਅੱਗੇ ਆ ਕੇ ਇਹ ਪਾਤਰ ਇਤਿਹਾਸਕ ਪਾਤਰਾਂ ਦੇ ਨਾਲ ਮਿਲਦੇ ਆ ਔਰ ਇਸ ਕਹਾਣੀ ਨੂੰ ਸਿਰੇ ਲਾਉਂਦੇ ਆ। ਦੂਸਰੇ ਕਾਂਡ ਦੇ ਵਿੱਚ ਜਿਹੜਾ ਦੂਸਰਾ ਭਾਗ ਹੈਗਾ, ਕਾਂਡ ਨਹੀਂ ਕਹਿੰਦੇ ਆਪਾਂ, ਦੂਸਰਾ ਭਾਗ, ਪਹਿਲਾ ਭਾਗ ਜਿਹੜਾ ਹੈਗਾ 1 ਨੰਬਰ ਕਾਂਡ ਤੋਂ ਲੈ ਕੇ 10 ਨੰਬਰ ਕਾਂਡ ਤੱਕ, ਦੂਸਰਾ ਭਾਗ ਹੈ ਜਿਹੜਾ 11 ਨੰਬਰ ਕਾਂਡ ਤੋਂ ਲੈ ਕੇ 25 ਨੰਬਰ ਕਾਂਡ ਤੱਕ। ਕੁੱਲ ਦੂਸਰੇ ਭਾਗ ਦੇ ਵਿੱਚ 15 ਕਾਂਡ ਹੈ। ਇਸ ਦੂਸਰੇ ਭਾਗ ਦੇ ਵਿੱਚ ਨਾਵਲਕਾਰ ਨੇ ਕੀ ਕੀਤਾ ਹੈ, ਨਾਵਲ ਇਹ ਜਿਹੜਾ ਇਤਿਹਾਸ ਪੇਸ਼ ਕਰਨਾ ਹੈਗਾ ਨਾਵਲਕਾਰ ਨੇ ਇਤਿਹਾਸ ਕਿਹੜਾ, ਗਦਰ ਲਹਿਰਵਾਦ ਦਾ ਇਤਿਹਾਸ। ਗਦਰ ਪਾਰਟੀ ਜੋ ਕਿ ਅਮਰੀਕਾ ਦੇ ਵਿੱਚ ਬਣੀ ਸੀਗੀ, ਉਸ ਗਦਰ ਪਾਰਟੀ ਦੇ ਇਤਿਹਾਸ ਨੂੰ ਇਸ ਨਾਵਲ ਦੇ ਵਿੱਚ ਨਾਵਲਕਾਰ ਨੇ ਪੇਸ਼ ਕੀਤਾ। ਇਹੋ ਹੀ ਨਾਵਲਕਾਰ ਦਾ ਮਕਸਦ ਹੈ, ਇਹੋ ਹੀ ਉਦੇਸ਼ ਹੈ ਨਾਵਲਕਾਰ ਦਾ ਕਿ ਗਦਰ ਲਹਿਰ ਜਿਹੜੀ ਕਿ ਸਾਡੇ ਦੇਸ਼ ਦੀ ਆਜ਼ਾਦੀ ਦੇ ਹੱਕ ਦੇ ਵਿੱਚ ਖੜੀ ਹੋਈ ਸੀਗੀ ਔਰ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਜਿਹੜਾ ਇੱਕ ਹੰਭਲਾ ਮਾਰਿਆ ਸੀ ਪੰਜਾਬੀਆਂ ਨੇ, ਉਹਦੀ ਵਾਰਤਾ ਜਾਂ ਉਹਦੀ ਕਹਾਣੀ ਨੂੰ, ਉਸਦੇ ਤੱਥਾਂ ਨੂੰ ਨਾਵਲਕਾਰ ਨੇ ਇਸ ਨਾਵਲ ਦੇ ਵਿੱਚ ਪੇਸ਼ ਕੀਤਾ ਹੈ। ਤੀਸਰੇ ਭਾਗ ਦੇ ਵਿੱਚ ਇਤਿਹਾਸਕ ਅਤੇ ਕਾਲਪਨਿਕ ਦੋਵੇਂ ਤਰ੍ਹਾਂ ਦੇ ਪਾਤਰ ਹੈ। ਦੂਸਰੇ ਜਿਹੜਾ ਭਾਗ ਹੈਗਾ ਉਹਦੇ ਵਿੱਚ ਗਦਰ ਲਹਿਰ ਨਾਲ ਸੰਬੰਧਿਤ ਜਿਹੜੇ ਇਤਿਹਾਸਕ ਘਟਨਾਵਾਂ ਹੈਗੇ, ਇਤਿਹਾਸਕ ਪਾਤਰ ਹੈਗੇ, ਉਹਨਾਂ ਦੇ ਥਰੂ ਇਤਿਹਾਸਕ ਘਟਨਾਵਾਂ ਦੀ ਪੇਸ਼ਕਾਰੀ ਹੋਈ ਹੈ। ਤੀਸਰੇ ਭਾਗ ਦੇ ਵਿੱਚ ਇਤਿਹਾਸਕ ਤੇ ਕਾਲਪਨਿਕ ਪਾਤਰ ਦੋਵੇਂ ਤਰ੍ਹਾਂ ਦੇ ਪਾਤਰ ਮਿਲ ਜਾਂਦੇ ਆ ਔਰ ਇਸ ਨਾਵਲ ਦੀ ਕਹਾਣੀ ਨੂੰ, ਸਮੁੱਚੇ ਘਟਨਾਕ੍ਰਮ ਨੂੰ ਅੰਤਮ ਰੂਪ ਦਿੱਤਾ ਹੈ ਨਾਵਲਕਾਰ ਨੇ ਇਸ ਤੀਸਰੇ ਭਾਗ ਦੇ ਵਿੱਚ ਆ ਕੇ। ਇਸ ਤਰ੍ਹਾਂ ਦੇ ਨਾਲ ਹੁਣ ਵਿਦਿਆਰਥੀਓ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਇਸ ਸਮੁੱਚੇ ਨਾਵਲ ਨੂੰ ਨਾਵਲਕਾਰ ਨੇ 3 ਭਾਗਾਂ 'ਚ ਵੰਡਿਆ।
ਪਹਿਲੇ ਭਾਗ ਦੇ ਵਿੱਚ ਨਾਵਲਕਾਰ ਨੇ ਆਪਣੀ ਕਹਾਣੀ ਨੂੰ ਸ਼ੁਰੂ ਕੀਤਾ। ਜਦੋਂ ਤੁਸੀਂ ਨਾਵਲ ਪੜ੍ਹੋਗੇ ਤਾਂ ਤੁਸੀਂ ਦੇਖੋਗੇ ਕਿ ਪਹਿਲਾ ਕਾਂਡ ਤੋਂ ਲੈ ਕੇ 10ਵੇਂ ਕਾਂਡ ਤੱਕ ਨਾਵਲਕਾਰ ਨੇ ਆਪਣੀ ਕਹਾਣੀ ਦੇ ਵਿੱਚ ਗੱਲ ਜਿਹੜੀ ਸ਼ੁਰੂ ਕੀਤੀ ਹੈ ਉਹ ਇਤਿਹਾਸਕ ਪਾਤਰਾਂ ਦੇ ਨਾਲ ਨਹੀਂ ਕੀਤੀ, ਕਾਲਪਨਿਕ ਪਾਤਰਾਂ ਨਾਲ ਕੀਤੀ ਹੈ। ਇੱਕ ਇਸ ਨਾਵਲ ਦੇ ਵਿੱਚ ਦੋ ਤਰ੍ਹਾਂ ਦੀਆਂ ਕਹਾਣੀਆਂ ਚੱਲ ਰਹੀਆਂ। ਪਹਿਲੀ ਕਹਾਣੀ ਜਿਹੜੀ ਹੈਗੀ ਆ ਉਹ ਕਾਲਪਨਿਕ ਕਹਾਣੀ ਆ, ਦੂਸਰੀ ਕਹਾਣੀ ਜਿਹੜੀ ਚੱਲ ਰਹੀ ਹੈਗੀ ਆ ਉਹ ਇਤਿਹਾਸਕ ਕਹਾਣੀ ਹੈਗੀ ਆ। ਇਤਿਹਾਸਕ ਕਹਾਣੀ ਕਿ ਸਾਡੀ ਜਿਹੜੀ ਗਦਰ ਪਾਰਟੀ ਸੀਗੀ ਉਹਦੀ ਨਿਉ ਕਿਵੇਂ ਰੱਖੀ ਗਈ, ਉਹ ਕਿਵੇਂ ਸ਼ੁਰੂ ਹੋਈ ਅਮਰੀਕਾ ਦੇ ਵਿੱਚ, ਔਰ ਕਿਸ ਤਰ੍ਹਾਂ ਨਾਲ ਕਿਹੜੇ-ਕਿਹੜੇ ਲੋਕ ਉਹਦੇ ਪਿੱਛੇ ਕੰਮ ਕਰ ਰਹੇ ਸੀਗੇ, ਉਹਨਾਂ ਦਾ ਮਕਸਦ ਕੀ ਸੀਗਾ। ਉਹਨਾਂ ਦਾ ਮਕਸਦ ਸੀਗਾ ਦੇਸ਼ ਨੂੰ ਆਜ਼ਾਦ ਕਰਾਉਣਾ, ਔਰ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ ਇੱਕ ਤਰ੍ਹਾਂ ਦੇ ਨਾਲ ਉਹਨਾਂ ਲੋਕਾਂ ਨੇ ਇੱਕ ਹੰਭਲਾ ਮਾਰਿਆ ਸੀਗਾ ਅਮਰੀਕਾ ਤੋਂ। ਜਿਹੜੇ ਕਾਲਪਨਿਕ ਪਾਤਰ ਹੈਗੇ ਆ ਉਹ ਇਸ ਨਾਵਲ ਦੇ ਵਿੱਚ ਪੇਸ਼ ਹੋਏ, ਉਹ ਇਤਿਹਾਸਕ ਪਾਤਰਾਂ ਦੇ ਨਾਲ ਆ ਕੇ ਕੰਮ ਕਰਦੇ ਆ। ਕਈ ਥਾਵਾਂ ਦੇ ਉੱਪਰ ਉਹਨਾਂ ਦਾ ਵਿਰੋਧ ਕਰ ਰਹੇ ਆ, ਕਈ ਥਾਵਾਂ ਦੇ ਉੱਪਰ ਉਹਨਾਂ ਦਾ ਸਮਰਥਨ ਕਰ ਰਹੇ ਹੈਗਾ। ਵਿਰੋਧ ਜਿਸ ਤਰ੍ਹਾਂ ਇਤਿਹਾਸਕ ਪਾਤਰ ਹੈਗੇ ਸਾਡੇ ਜਦੋਂ ਦੇਸ਼ ਦੀ ਆਜ਼ਾਦੀ ਦੇ ਲਈ ਲੜ ਰਹੇ ਹੈਗੇ ਆ ਤਾਂ ਉਹਨਾਂ ਦੇ ਕੰਮ ਕਰਦੇ ਆ, ਜਿੱਥੇ ਉਹ ਉਹਨਾਂ ਦੇ ਕੰਮ ਕਰਨ ਦੇ ਢੰਗ ਨੂੰ ਜਾਂ ਉਹਨਾਂ ਦੇ ਕੰਮ ਕਰਨ ਦਾ ਜਿਹੜਾ ਮਕਸਦ ਆ ਉਹਨੂੰ ਡਿਸਟਰਬ ਕਰਨ ਦੀ ਖਾਤਰ ਕਿਤੇ ਨਾ ਕਿਤੇ ਕਾਲਪਨਿਕ ਪਾਤਰ ਆ ਖੜਦੇ ਆ। ਸੋ ਵਿਦਿਆਰਥੀਓ, ਇਸ ਨਾਵਲ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇਸ ਨਾਵਲ ਦੇ 3 ਭਾਗਾਂ ਨੂੰ ਸਮਝ ਲਓ ਔਰ 3 ਭਾਗਾਂ ਦੇ ਵਿੱਚ ਸ਼ਾਮਲ ਹੋਏ ਪਾਤਰਾਂ ਨੂੰ ਸਮਝ ਲਓ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਦੀ ਜਿਹੜੀ ਆਜ਼ਾਦੀ ਹੈਗੀ ਹੈ ਉਹਦੇ ਲਈ ਇੱਕ ਲੰਬਾ ਸੰਘਰਸ਼ ਚੱਲਿਆ ਸੀਗਾ। ਭਾਰਤ ਦੇ ਉੱਪਰ ਤਕਰੀਬਨ 200 ਸਾਲ ਅੰਗਰੇਜ਼ਾਂ ਨੇ ਰਾਜ ਕੀਤਾ ਹੈ ਔਰ ਪੰਜਾਬ ਦੇ ਉੱਪਰ ਲਗਭਗ 100 ਸਾਲ ਰਾਜ ਕੀਤਾ। ਔਰ ਇਹ ਜਿਹੜਾ ਪੀਰੀਅਡ ਹੈਗਾ 200 ਸਾਲ ਦਾ, ਇਹਦੇ ਵਿੱਚ ਸ਼ੁਰੂ ਦੇ ਵਾਲੇ ਸਾਲਾਂ ਦੇ ਵਿੱਚ ਬੇਸ਼ੱਕ ਅੰਗਰੇਜ਼ਾਂ ਨੂੰ ਕੋਈ ਬਹੁਤੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ, ਪਰ ਜਦੋਂ ਜੋ ਲੋਕਾਂ ਨੇ ਪੜ੍ਹ ਲਿਖ ਗਏ, ਲੋਕਾਂ ਨੂੰ ਗਿਆਨ ਆ ਗਿਆ ਤਾਂ ਉਹਨਾਂ ਨੇ ਦੇਖਿਆ ਕਿ ਸਾਡੇ ਦੇਸ਼ ਦੇ ਉੱਪਰ ਇੱਕ ਵਿਦੇਸ਼ੀ ਕੌਮ ਨੇ ਕਬਜ਼ਾ ਕੀਤਾ ਹੋਇਆ ਹੈ ਔਰ ਸਾਡੇ ਦੇਸ਼ ਦੇ ਉੱਪਰ ਇਹ ਕਬਜ਼ਾ ਲਗਾਤਾਰ ਕਈ ਸਾਲਾਂ ਤੋਂ ਚਾਲੂ ਹੈ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਲੋਕਾਂ ਨੂੰ ਇੱਥੋਂ ਬਾਹਰ ਕਰਕੇ ਅਸੀਂ ਆਪਣੇ ਲੋਕਾਂ ਦਾ ਰਾਜ ਸਥਾਪਿਤ ਕਰ ਲਈਏ। ਇਹ ਇੱਕ ਤਰ੍ਹਾਂ ਦਾ ਸੰਘਰਸ਼ ਕਈ ਰੂਪਾਂ ਦੇ ਵਿੱਚ ਚੱਲ ਰਿਹਾ ਸੀਗਾ। ਜਦੋਂ ਸਾਡੇ ਨੌਜਵਾਨ ਵਰਗ ਜਾਂ ਸਾਡੇ ਲੋਕ, ਪੜ੍ਹੇ ਲਿਖੇ ਲੋਕ ਜਾਂ ਅਨਪੜ੍ਹ ਲੋਕ ਪੰਜਾਬ ਦੇ ਵਿੱਚੋਂ ਪਲਾਨ ਕਰਦੇ ਆ, ਪ੍ਰਵਾਸ ਕਰਦੇ ਆ ਪੱਛਮੀ ਦੇਸ਼ਾਂ ਦਾ, ਤਾਂ ਉੱਥੇ ਜਾ ਕੇ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਕਿ ਅਸੀਂ ਤਾਂ ਗੁਲਾਮ ਦੇਸ਼ ਦੇ ਵਾਸੀ ਹਾਂ। ਗੁਲਾਮ ਦੇਸ਼ ਦੇ ਵਾਸੀ ਕਿਵੇਂ? ਕਿਉਂਕਿ ਉਹਨਾਂ ਲੋਕਾਂ, ਪੱਛਮ ਦੇ ਲੋਕਾਂ ਦੇ ਵਿੱਚ ਜਦੋਂ ਸਾਡੇ ਲੋਕ ਜਾ ਕੇ ਮਜ਼ਦੂਰੀ ਕਰਦੇ ਸੀ, ਉੱਥੇ ਕੰਮ ਕਰਦੇ ਸੀ ਔਰ ਜਦੋਂ ਦੇਖਦੇ ਕਿ ਸਾਡੇ ਹਾਲਾਤ ਕਿਸ ਤਰ੍ਹਾਂ ਦੇ ਹੈਗੇ ਆ, ਉੱਥੇ ਉਹ ਲੋਕ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਮਿਹਣੇ ਮਾਰਦੇ ਸੀ, ਉਹਨਾਂ ਨੂੰ ਕਮੈਂਟ ਕਰਦੇ ਸੀ ਕਿ ਤੁਸੀਂ ਤਾਂ ਗੁਲਾਮ ਦੇਸ਼ ਦੇ ਵਾਸੀ ਹੋ, ਤੁਹਾਡੇ ਉੱਪਰ ਤਾਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਹੋਇਆ, ਤੁਸੀਂ ਤਾਂ ਜਿਉਣ ਦੇ ਹੱਕਦਾਰ ਹੀ ਨਹੀਂ। ਇਸ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਹਨਾਂ ਨੂੰ ਗੱਲਾਂ ਸੁਣਨੀਆਂ ਪੈਂਦੀਆਂ ਸੀ, ਕਮੈਂਟ ਸੁਣਨੇ ਪੈਂਦੇ ਸੀ। ਤੇ ਇਸ ਤੋਂ ਤੰਗ ਆ ਕੇ ਉਹਨਾਂ ਲੋਕਾਂ ਨੇ ਕਿਤੇ ਸੋਚਿਆ ਕਿ ਅਸੀਂ ਕਿਉਂ ਨਾ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ ਇੱਕ ਲਹਿਰ ਚਲਾਈਏ ਔਰ ਇੱਕ ਇਹ ਲਹਿਰ ਜਾਂ ਇੱਕ ਪਾਰਟੀ ਬਣੀ ਜਿਹੜੀ ਕਿ ਗਦਰ ਪਾਰਟੀ ਸੀਗੀ। ਗਦਰ ਪਾਰਟੀ ਦੇ ਇਤਿਹਾਸਕ ਪੱਖ ਦੀ ਪੇਸ਼ਕਾਰੀ ਇਸ ਨਾਵਲ ਦੇ ਵਿੱਚ ਹੋਈ ਹੈ। ਇਸ ਨਾਵਲ ਦੇ ਵਿੱਚ ਜਿਹੜੀ ਗਦਰ ਪਾਰਟੀ ਸੀ ਉਹਨੇ ਆਜ਼ਾਦੀ ਦੇ ਸੰਘਰਸ਼ ਵਿੱਚ ਕਿਸ ਤਰ੍ਹਾਂ ਦੇ ਨਾਲ ਹਿੱਸਾ ਪਾਇਆ, ਯੋਗਦਾਨ ਪਾਇਆ, ਉਹਦੀ ਗੱਲ ਹੋਈ ਹੈ ਔਰ ਨਾਲ ਹੀ ਇਸ ਨਾਵਲ ਦੇ ਵਿੱਚ ਗਦਰ ਪਾਰਟੀ ਦੀ ਮਹੱਤਤਾ ਕੀ ਹੈ ਉਸ ਨੂੰ ਵੀ ਪੇਸ਼ ਕੀਤਾ ਗਿਆ। ਗਦਰ ਪਾਰਟੀ ਦੀ ਨਿਉ ਹੈ ਜਿਹੜੀ ਉਹ ਸੋਹਣ ਸਿੰਘ ਭਕਨਾ ਨੇ 2 ਜੂਨ 1913 ਈਸਵੀ ਨੂੰ ਸਾਨ ਫਰਾਂਸਿਸਕੋ ਅਮਰੀਕਾ ਵਿੱਚ ਰੱਖੀ ਸੀਗੀ। ਕਰਤਾਰ ਸਿੰਘ ਸਰਾਭਾ ਜੋ ਕਿ ਬਰਕਲੇ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਸੀਗਾ ਅਮਰੀਕਾ ਦੇ ਵਿੱਚ, ਉਹ ਇਸ ਪਾਰਟੀ ਦੇ ਨਾਲ ਆ ਕੇ ਜੁੜ ਜਾਂਦਾ ਹੈ। ਇਹ ਇੱਕ ਨੌਜਵਾਨ ਮੁੰਡਾ 18-19 ਸਾਲ ਦਾ ਇਸ ਪਾਰਟੀ ਦੇ ਨਾਲ ਆ ਕੇ ਜੁੜਦਾ ਹੈ। ਇਹਦਾ ਹੁਣ ਬੈਕਗਰਾਉਂਡ ਜਦੋਂ ਆਪਾਂ ਦੇਖਦੇ ਹੈਗੇ ਆ ਕਿ ਇਹ ਲੋਕ ਸਾਡੇ ਅਮਰੀਕਾ ਦੇ ਵਿੱਚ ਕਿਵੇਂ ਗਏ। ਸਾਡੇ ਪੰਜਾਬ ਦੇ ਉੱਪਰ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ, ਉਸ ਤੋਂ ਬਾਅਦ ਪੰਜਾਬੀ ਲੋਕ ਕੁਝ ਜਦੋਂ ਬੇਰੁਜ਼ਗਾਰ ਹੋ ਗਏ ਜਾਂ ਉਹਨਾਂ ਦਾ ਰਹਿਣ ਸਹਿਣ ਜਾਂ ਉਹਨਾਂ ਨੂੰ ਜਦੋਂ ਕੀ ਕਹਿ ਸਕਦੇ ਹਾਂ ਆਪਾਂ ਕਿ ਅੰਗਰੇਜ਼ਾਂ ਦੀਆਂ ਜਿਹੜੀ ਨੀਤੀਆਂ ਸੀਗੀਆਂ ਉਹਨਾਂ ਕਰਕੇ ਬੇਰੁਜ਼ਗਾਰ ਹੋਣਾ ਪਿਆ, ਤਾਂ ਉਹ ਲੋਕ ਪੱਛਮ ਵੱਲ ਆਪਣਾ ਮੁਹਾਨ ਕਰਦੇ ਆ, ਪੱਛਮ ਵੱਲ ਆਪਣਾ ਮੂੰਹ ਕਰਦੇ ਆ ਔਰ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਮਜ਼ਦੂਰੀ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਕਾਮਯਾਬੀ ਹੁੰਦੇ ਆ ਉੱਥੇ ਜਾ ਕੇ ਰਹਿਣ ਦੇ ਲਈ। ਔਰ ਕੁਝ ਲੋਕ ਜਿਹੜੇ ਹੈਗੇ ਸਾਡੇ ਫੌਜ ਦੇ ਵਿੱਚ ਭਰਤੀ ਹੋ ਜਾਂਦੇ ਆ ਨੌਜਵਾਨ, ਔਰ ਕੁਝ ਲੋਕ ਸਾਡੇ ਜਿਹੜੇ ਹੈਗੇ ਆ ਉਹ ਅਮਰੀਕਾ ਦੇ ਵਿੱਚ ਜਾ ਕੇ, ਕੈਨੇਡਾ ਦੇ ਵਿੱਚ ਜਾ ਕੇ ਮਜ਼ਦੂਰੀ ਕਰਦੇ ਆ। ਇੱਕ ਅੰਦਾਜ਼ੇ ਮੁਤਾਬਕ ਜਿਹੜਾ ਉਸ ਸਮੇਂ ਦੀ ਔਸਤ ਆਮਦਨ ਸੀਗੀ ਸਾਡੇ ਭਾਰਤ ਦੀ 1906-07 ਦੇ ਵਿੱਚ, ਉਹ ਐਵਰੇਜ 30 ਰੁਪਏ ਸਾਲਾਨਾ ਸੀਗੀ,
ਜਦ ਕਿ ਇੱਕ ਫੌਜੀ ਦੀ ਤਨਖਾਹ ਸੀਗੀ ਉਹ 9 ਰੁਪਏ ਮਹੀਨਾ ਸੀ, ਔਰ ਜਿਹੜਾ ਕੈਨੇਡਾ ਦੇ ਵਿੱਚ ਜਾ ਕੇ ਬੰਦਾ ਵੱਸਦਾ ਸੀ ਜਾਂ ਉੱਥੇ ਜਾ ਕੇ ਮਜ਼ਦੂਰੀ ਕਰਦਾ ਸੀ, ਦਿਹਾੜੀ ਕਰਦਾ ਸੀ, ਉਹ ਡੇਲੀ ਦੀ ਆਮਦਨ ਉਹਦੀ 7 ਰੁਪਏ ਸੀ। ਇਸ ਤਰ੍ਹਾਂ ਦੇ ਨਾਲ ਇੱਕ ਪਾਸੇ 7 ਰੁਪਏ ਰੋਜ਼ਾਨਾ ਦੀ ਕਮਾਈ ਹੈ, 9 ਰੁਪਏ ਮਹੀਨੇ ਦੀ ਕਮਾਈ ਹੈ ਫੌਜ ਦੇ ਵਿੱਚ, ਔਰ 30 ਰੁਪਏ ਸਾਲਾਨਾ ਔਸਤ ਆਮਦਨ ਹੈ ਸਾਡੇ ਭਾਰਤੀ ਲੋਕਾਂ ਦੀ ਜਾਂ ਪੰਜਾਬੀ ਲੋਕਾਂ ਦੀ। 1905-7 ਦੀ ਗੱਲ ਹੈਗੀ ਹੈ ਇਹ, ਉਸ ਤਰ੍ਹਾਂ ਦੇ ਉਸ ਟਾਈਮ ਦੇ ਅੰਕੜੇ ਹੈਗੇ ਆ। ਤੇ ਫਿਰ ਸਾਡੇ ਲੋਕਾਂ ਨੇ ਬਾਹਰ ਜਾ ਕੇ ਮਿਹਨਤ ਕਰਨ ਦੀ ਗੱਲ ਕੀਤੀ, ਬਾਹਰ ਜਾ ਕੇ ਉੱਥੇ ਮਜ਼ਦੂਰੀ ਕੀਤੀ, ਵੱਖ-ਵੱਖ ਮਿੱਲਾਂ ਦੇ ਵਿੱਚ ਕੰਮ ਕੀਤਾ, ਖੇਤਾਂ ਦੇ ਵਿੱਚ ਕੰਮ ਕੀਤਾ, ਡੇਅਰੀ ਫਾਰਮ ਦੇ ਵਿੱਚ ਕੰਮ ਕੀਤਾ। ਉੱਥੇ ਜਦੋਂ ਕੰਮ ਕਰਦੇ ਸੀਗੇ ਨਾ, ਉਸ ਸਮੇਂ ਉਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜੇ ਅੰਗਰੇਜ਼ ਲੋਕ ਸੀ ਜਾਂ ਜਿਹੜੇ ਪੱਛਮੀ ਲੋਕ ਸੀ, ਜਿਹੜੇ ਆਜ਼ਾਦ ਕੰਟਰੀ ਦੇ ਨਾਲ ਜਾਂ ਆਜ਼ਾਦ ਦੇਸ਼ਾਂ ਦੇ ਨਾਲ ਸੰਬੰਧ ਰੱਖਦੇ ਸੀ, ਉਹ ਇਹ ਕਹਿੰਦੇ ਸੀ ਕਿ ਤੁਸੀਂ ਉਸ ਦੇਸ਼ ਦੇ ਵਾਸੀ ਹੋ ਜਿਸ ਦੇਸ਼ ਨੂੰ ਅੰਗਰੇਜ਼ਾਂ ਨੇ ਗੁਲਾਮ ਬਣਾਇਆ ਹੋਇਆ, ਤੁਸੀਂ ਗੁਲਾਮ ਹੋ। ਜਦੋਂ ਇਦਾਂ ਦੇ ਉਹਨਾਂ ਨੂੰ ਗੱਲਾਂ ਸੁਣਨੀਆਂ ਪਈਆਂ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਰੀਝ ਜਾਗੀ, ਇੱਕ ਇੱਛਾ ਜਾਗੀ ਕਿ ਕਿਉਂ ਨਾ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾ ਲਈਏ। ਇੱਕ ਮਾਹੌਲ ਬਣ ਰਿਹਾ ਸੀਗਾ ਜਦੋਂ ਗਦਰ ਲਹਿਰ ਬਣੀ ਸੀ ਜਾਂ ਗਦਰ ਪਾਰਟੀ ਬਣੀ ਸੀਗੀ। ਉਹ ਲਹਿਰ ਜਾਂ ਉਹ ਪਾਰਟੀ ਜਦੋਂ ਖੜੀ ਹੋ ਰਹੀ ਸੀਗੀ, ਉਸੇ ਟਾਈਮ ਵਿਸ਼ਵ ਵਿਆਪੀ ਜੰਗ ਦੇ ਆਸਾਰ ਬਣ ਰਹੇ ਸੀਗੇ। ਪਹਿਲਾ ਵਿਸ਼ਵ ਯੁੱਧ 1913-14 ਦੇ ਵਿੱਚ ਜਦੋਂ ਸ਼ੁਰੂ ਹੋਇਆ ਸੀ, ਉਸੇ ਟਾਈਮ ਹੀ ਇਹ ਪਾਰਟੀ ਬਣੀ ਸੀਗੀ। ਔਰ ਜਦੋਂ ਵਿਸ਼ਵ ਯੁੱਧ ਦੀ ਤਿਆਰੀ ਹੋ ਰਹੀ ਸੀਗੀ ਜਾਂ ਵਿਸ਼ਵ ਯੁੱਧ ਲੱਗ ਰਿਹਾ ਸੀਗਾ, ਉਸੇ ਸਮੇਂ ਗਦਰ ਪਾਰਟੀ ਬਣੀ ਸੀ ਤੇ ਔਰ ਉਹਦਾ ਇੱਕ ਮਕਸਦ ਸੀਗਾ ਕਿ ਅਸੀਂ ਇੱਥੋਂ ਹਥਿਆਰ ਲਵਾਂਗੇ, ਅਮਰੀਕਾ ਦੇ ਵਿੱਚੋਂ, ਬਾਹਰਲੇ ਦੇਸ਼ਾਂ ਦੇ ਵਿੱਚੋਂ ਹਥਿਆਰ ਲਵਾਂਗੇ, ਹਥਿਆਰ ਲੈ ਕੇ ਅਸੀਂ ਇੰਡੀਆ ਦੇ ਵਿੱਚ ਜਾਵਾਂਗੇ, ਇੰਡੀਆ ਦੇ ਵਿੱਚ ਜਾ ਕੇ ਅਸੀਂ ਉੱਥੇ ਗਦਰ ਮਚਾਵਾਂਗੇ ਔਰ ਆਪਣੇ ਦੇਸ਼ ਨੂੰ ਆਜ਼ਾਦ ਕਰ ਲਵਾਂਗੇ। ਇਹ ਇੱਕ ਤਰ੍ਹਾਂ ਦਾ ਨਾਲ ਉਹਨਾਂ ਦਾ ਕੋਸ਼ਿਸ਼ ਸੀਗੀ, ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਸੋਚ ਸੀਗੀ। ਪੰਜਾਬੀ ਲੋਕ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਰੁਜ਼ਗਾਰ ਦੀ ਭਾਲ ਦੀ ਖਾਤਰ ਗਏ ਹੋਏ ਸੀਗੇ, ਉਹਨਾਂ ਨੇ ਇਹ ਗੱਲ ਨੂੰ ਸਮਝਿਆ ਔਰ ਸੋਚਿਆ ਕਿ ਜਿਹੜੇ ਇਹ ਹਾਲਾਤ ਹੈ ਸਮੁੱਚੇ ਸੰਸਾਰ ਦੇ, ਇਹਨਾਂ ਹਾਲਾਤਾਂ ਤੋਂ ਕਿਤੇ ਨਾ ਕਿਤੇ ਆਪਾਂ ਲਾਭ ਉਠਾਈਏ, ਫਾਇਦਾ ਉਠਾਈਏ, ਔਰ ਇਹਨਾਂ ਨੂੰ ਫਾਇਦਾ ਉਠਾਉਣ ਤੋਂ ਬਾਅਦ ਆਪਾਂ ਕਿਉਂ ਨਾ ਦੇਸ਼ ਦੇ ਵਿੱਚ ਜਾ ਕੇ ਆਪਾਂ ਇੱਕ ਲਹਿਰ ਚਲਾਈਏ, ਇੱਕ ਸੰਘਰਸ਼ ਚਲਾਈਏ। ਉਹ ਸੰਘਰਸ਼ ਦੇ ਵਿੱਚ ਆਮ ਲੋਕਾਂ ਨੂੰ ਸ਼ਾਮਲ ਕਰ ਲਈਏ ਔਰ ਉਹਨਾਂ ਲੋਕਾਂ ਨੂੰ ਸ਼ਾਮਲ ਕਰਕੇ ਅਸੀਂ ਆਪਣੇ ਦੇਸ਼ ਦੇ ਉੱਪਰ ਆਜ਼ਾਦੀ ਦਾ ਝੰਡਾ ਚੜਾ ਸਕਦੇ ਹਾਂ ਔਰ ਅੰਗਰੇਜ਼ਾਂ ਨੂੰ ਸਾਡੇ ਦੇਸ਼ ਦੇ ਵਿੱਚੋਂ ਬਾਹਰ ਕੱਢ ਸਕਦੇ ਹਾਂ। ਹੁਣ ਵਿਦਿਆਰਥੀਓ, ਆਪਾਂ ਇਸ ਨਾਵਲ ਦੇ ਵਿਸ਼ੇ ਦੀ ਗੱਲ ਆਉਣ ਵਾਲੇ ਲੈਕਚਰਾਂ 'ਚ ਕਰਾਂਗੇ। ਪਹਿਲਾਂ ਆਪਾਂ ਇਸ ਨਾਵਲ ਦੇ ਢਾਂਚੇ ਨੂੰ ਸਮਝੋ, ਤੁਸੀਂ ਸਾਰੇ ਨੂੰ ਦੀ ਬਣਤਰ ਨੂੰ ਸਮਝੋ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਮੈਂ ਵੀ, ਕਿ ਤੁਹਾਡੇ ਇਸ ਨਾਵਲ ਦਾ ਜਿਹੜੀ ਬਣਤਰ ਹੈਗੀ ਆ ਉਹਦੇ ਵਿੱਚ ਕੁੱਲ 3 ਭਾਗ ਰੱਖੇ ਗਏ ਆ। ਤੁਸੀਂ ਕੀ ਕਰਨਾ ਹੈ ਕਿ ਜਦੋਂ ਨਾਵਲ ਨੂੰ ਪੜ੍ਹੋਗੇ, ਇਹਦੇ ਆਕਾਰ ਨੂੰ ਦੇਖ ਕੇ ਘਬਰਾਉਣਾ ਨਹੀਂ, ਬੜੇ ਧਿਆਨ ਨਾਲ ਪੜ੍ਹੋ ਇਸ ਨਾਵਲ ਨੂੰ ਖਰੀਦੋ ਔਰ ਦੇਖੋਗੇ ਤੁਸੀਂ ਕਿ ਪਹਿਲਾ ਭਾਗ ਹੈ ਜਿਹੜਾ, ਉਹਦੇ ਵਿੱਚ ਕੁੱਲ ਜਿਹੜੇ 10 ਕਾਂਡ ਹੈਗੇ ਆ, ਇਹਨਾਂ ਦੇ ਵਿੱਚ ਵੱਖ-ਵੱਖ ਪਾਤਰ ਜਿਹੜੇ ਇਸ ਨਾਵਲ ਨੂੰ ਸ਼ੁਰੂ ਕਰਦੇ ਆ, ਜਿਵੇਂ ਦਿਆਲਾ ਹੋ ਗਿਆ ਜਾਂ ਉਸ ਇੱਕ ਦਿਆਲੇ ਦਾ ਸਾਥੀ ਜਾਂ ਦਿਆਲੇ ਦਾ ਜਿਹੜਾ ਇੱਕ ਠਾਕਰ ਦੁਆਰੇ 'ਚ ਰਹਿਣ ਵਾਲਾ ਇੱਕ ਨਾਥ, ਇਹਦੇ ਤੋਂ ਕਹਾਣੀ ਸ਼ੁਰੂ ਹੁੰਦੀ ਹੈਗੀ ਹੈ। ਔਰ ਇਸ ਕਹਾਣੀ ਦੇ ਵਿੱਚ ਅੱਗੇ ਚੱਲ ਕੇ ਸੁਖਦੇਵ ਸੋਢੀ ਤੇ ਉਹਦੇ ਜਿਹੜੇ ਪਰਿਵਾਰ ਆ ਉਹਦਾ ਜ਼ਿਕਰ ਹੁੰਦਾ ਹੈ। ਪਹਿਲੇ ਜਿਹੜੇ 10 ਕਾਂਡ ਹੈਗੇ ਇਹਨਾਂ ਦੇ ਵਿੱਚ ਇਹੀ ਚੀਜ਼ ਦਾ ਜ਼ਿਕਰ ਹੁੰਦਾ ਹੈ ਔਰ ਇਹਨਾਂ ਬਾਰੇ ਚਰਚਾ ਹੁੰਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਸ ਸਮੇਂ ਪੰਜਾਬ ਦੇ ਵਿੱਚ ਸਮਾਜਿਕ ਹਾਲਤ ਸਨ। ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਜੰਗ ਹੋ ਰਹੀ ਸੀ, ਜੰਗ ਦੇ ਵਿੱਚ ਲੋਕ ਕਿਵੇਂ ਧੜਾ-ਧੜ ਸ਼ਾਮਲ ਹੋ ਰਹੇ ਸੀਗੇ ਜਾਂ ਫੌਜੀ ਦੇ ਰੂਪ ਦੇ ਵਿੱਚ ਲੋਕਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਸੀ। ਅੰਗਰੇਜ਼ ਲੋਕਾਂ ਦੇ ਕੁਝ ਜਿਹੜੇ ਬਣਾਏ ਹੋਏ ਸੀਗੇ ਆਪਣੇ ਟਾਊਟ ਟਾਈਪ ਲੋਕ, ਜਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਮਕਸਦ ਨੂੰ ਪੂਰਾ ਕਰਨ ਦੀ ਖਾਤਰ ਕੁਝ ਲੋਕ ਅਜਿਹੇ ਸੀਗੇ ਜਿਹੜੇ ਸਰਕਾਰ ਦੇ ਝੋਲੀ ਚੁੱਕ ਸੀਗੇ। ਉਹ ਝੋਲੀ ਚੁੱਕ ਪੰਜਾਬੀ ਲੋਕਾਂ ਨੂੰ ਜਾਂ ਪੰਜਾਬੀ ਨੌਜਵਾਨਾਂ ਨੂੰ ਫੌਜ ਦੇ ਵਿੱਚ ਭਰਤੀ ਹੋਣ ਦੇ ਲਈ ਪ੍ਰੇਰ ਰਹੇ ਸੀਗੇ। ਔਰ ਇਹਨਾਂ ਕਾਂਡਾਂ ਦੇ ਵਿੱਚ ਸਾਰਾ ਕੁਝ ਇਦਾਂ ਹੀ ਇਹ ਜਾਣਕਾਰੀ ਫੈਲੀ ਹੋਈ ਹੈ। ਜਿਹੜਾ ਦੂਸਰਾ ਭਾਗ ਹੈਗਾ, ਇਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀ ਗਦਰ ਲਹਿਰ ਹੈਗੀ ਹੈ ਜਾਂ ਗਦਰ ਪਾਰਟੀ ਦਾ ਨਿਰਮਾਣ ਕਿਵੇਂ ਹੋਇਆ, ਉਸ ਨਿਰਮਾਣ ਦੇ ਕਾਰਨ ਕੀ ਸੀਗੇ ਔਰ ਉਸ ਨਿਰਮਾਣ ਦੇ ਪਿੱਛੇ ਕਿਹੜੇ-ਕਿਹੜੇ ਲੋਕ ਸ਼ਾਮਲ ਸੀਗੇ, ਕਿਹੜੇ-ਕਿਹੜੇ ਇਤਿਹਾਸਕ ਪਾਤਰ ਸ਼ਾਮਲ ਸੀਗੇ ਜਿਨ੍ਹਾਂ ਨੇ ਗਦਰ ਪਾਰਟੀ ਦਾ ਨਿਰਮਾਣ ਕੀਤਾ ਸੀ, ਗਦਰ ਪਾਰਟੀ ਦੀ ਨਿਉ ਰੱਖੀ ਸੀ। ਔਰ ਉਸੇ ਗਦਰ ਪਾਰਟੀ ਦੇ ਵਿੱਚ ਸ਼ਾਮਲ ਲੋਕਾਂ ਨੇ ਅੱਗੇ ਜਾ ਕੇ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਗਦਰ ਲਹਿਰ ਫੈਲਾਉਣ ਦਾ ਯਤਨ ਕੀਤਾ, ਗਦਰ ਮਚਾ ਕੇ ਭਾਰਤ ਨੂੰ ਆਜ਼ਾਦ ਕਰਾਉਣ ਦਾ ਯਤਨ ਕੀਤਾ।
ਹੁਣ ਜਿਹੜੇ ਪਹਿਲੇ 2 ਭਾਗ ਹੈ ਇਹਨਾਂ ਨਾਲ ਕਹਾਣੀ ਸਿਖਰ ਵੱਲ ਵੱਧਦੀ ਹੈ। ਤੀਸਰੇ ਭਾਗ ਦੇ ਵਿੱਚ ਆ ਕੇ ਲੇਖਕ ਨੇ ਜਿਹੜੇ ਗਦਰ ਲਹਿਰ ਸੀਗੀ ਉਹਦੇ ਫੇਲ ਹੋਣ ਦੇ ਕਾਰਨ ਦੱਸੇ ਹੈ, ਔਰ ਗਦਰ ਲਹਿਰ ਦੇ ਵਿੱਚ ਸ਼ਾਮਲ ਜਿਹੜੇ ਲੋਕ ਸੀ ਜਦੋਂ ਉਹ ਫੜੇ ਜਾਂਦੇ ਆ, ਉਹ ਫਾਂਸੀ ਤੱਕ ਪਹੁੰਚ ਜਾਂਦੇ ਆ ਜਾਂ ਉਹਨਾਂ ਨੂੰ ਸਜ਼ਾਵਾਂ ਹੁੰਦੀਆਂ, ਉਹਦੀ ਗੱਲ ਹੁੰਦੀ ਹੈ। ਔਰ ਇਹਦੇ ਵਿੱਚ ਇਤਿਹਾਸਿਕ ਤੇ ਕਾਲਪਨਿਕ ਦੋਨੇ ਤਰ੍ਹਾਂ ਦੇ ਪਾਤਰ ਆ ਜਾਂਦੇ ਆ। ਜਿਨ੍ਹਾਂ ਲੋਕਾਂ ਨੇ ਗਦਰ ਪਾਰਟੀ ਨੂੰ ਫੇਲ ਕਰਨ ਦੇ ਪਿੱਛੇ ਜਿਨ੍ਹਾਂ ਲੋਕਾਂ ਦਾ ਹੱਥ ਸੀ ਉਹਨਾਂ ਦਾ ਜ਼ਿਕਰ ਹੋਇਆ ਹੈ। ਜਿਹੜੇ ਟਾਊਟ ਸੀਗੇ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ, ਸਾਡੇ ਦੇਸ਼ ਭਗਤਾਂ ਨੂੰ ਅੰਗਰੇਜ਼ ਸਰਕਾਰ ਕੋਲ ਫੜਾਉਣ ਦੇ ਲਈ ਆਪਣੇ ਇਨਾਮ ਸ਼ਨਾਮ ਲੈਤੇ, ਉਹਨਾਂ ਦਾ ਜ਼ਿਕਰ ਹੋਇਆ ਹੈ। ਜਾਂ ਸੁਖਦੇਵ ਸੋਢੀ ਵਰਗੇ ਜਿਹੜੇ ਲੋਕ ਬੜੇ ਇੱਕ ਪਾਸੇ ਤਾਂ ਧਾਰਮਿਕ ਖਿਆਲ ਰੱਖਦੇ ਆ, ਦੂਸਰੇ ਪਾਸੇ ਇਸ ਤਰ੍ਹਾਂ ਦੀਆਂ ਲਹਿਰਾਂ ਦੇ ਵਿਰੋਧ ਦੇ ਵਿੱਚ ਜਾ ਕੇ ਖੜੇ ਹੋ ਜਾਂਦੇ ਆ, ਉਹਨਾਂ ਦਾ ਜ਼ਿਕਰ ਕੀਤਾ ਹੈਗਾ। ਔਰ ਸੁਖਦੇਵ ਤੇ ਉਸ ਦਾ ਜਿਹੜਾ ਪਰਿਵਾਰ ਹੈਗਾ ਉਹਦੇ ਵਿੱਚ 2 ਤਰ੍ਹਾਂ ਦੇ ਲੋਕ ਹੈਗੇ ਆ। ਪਹਿਲਾ ਇਹ ਹੈ ਕਿ ਜਿਹੜਾ ਸੁਖਦੇਵ ਇੱਕ ਦੀ ਪ੍ਰਤੀਨਿਧਤਾ ਕਰਦੇ ਜਿਹੜੇ ਦੇਸ਼ ਵਿਰੋਧੀ ਹੈ। ਹਾਲਾਂਕਿ ਉਸ ਸਮੇਂ ਸੁਖਦੇਵ ਦੀ ਨਜ਼ਰ ਦੇ ਵਿੱਚ ਇਹ ਹੈ ਕਿ ਮੈਂ ਦੇਸ਼ ਦੇ ਹੱਕ ਦੇ ਵਿੱਚ ਕੰਮ ਕਰ ਰਿਹਾ। ਉਹ ਅੰਗਰੇਜ਼ ਸਰਕਾਰ ਦੇ ਹੱਕ ਦੇ ਵਿੱਚ ਦੇਸ਼ ਭਗਤਾਂ ਨੂੰ, ਗਦਰੀਆਂ ਨੂੰ ਫੜਾਉਣ ਦਾ ਕੰਮ ਕਰਦਾ। ਦੂਸਰੇ ਪਾਸੇ ਜਿਹੜਾ ਉਹਦਾ ਬੇਟਾ ਹੈਗਾ ਤੇ ਉਹਦਾ ਬੇਟਾ ਸੁਦਰਸ਼ਨ ਤੇ ਬੇਟੀ ਰਘਵੀਰ, ਉਹ ਗਦਰ ਪਾਰਟੀ ਦੇ ਹੱਕ ਦੇ ਵਿੱਚ ਖੜਦੇ ਆ ਔਰ ਗੁਪਤ ਰੂਪ ਦੇ ਵਿੱਚ ਗਦਰ ਪਾਰਟੀ ਦੀ ਜਾਂ ਗਦਰ ਲਹਿਰ ਦੇ ਵਿੱਚ ਸ਼ਾਮਲ ਹੋਏ ਲੋਕਾਂ ਦੀ ਮਦਦ ਕਰਦੇ ਆ। ਇਸ ਤਰ੍ਹਾਂ ਦੇ ਨਾਲ ਇੱਕ ਪਰਿਵਾਰ ਦੇ ਵਿੱਚ 2 ਤਰ੍ਹਾਂ ਦੇ 2 ਵਿਚਾਰਧਾਰਾਵਾਂ ਦੇ ਲੋਕ ਰਹਿੰਦੇ ਆ। ਇੱਥੋਂ ਹੀ ਇਸ ਨਾਵਲ ਦਾ ਕਿਤੇ ਨਾ ਕਿਤੇ ਜਿਹੜਾ ਨਾਂ ਨਿਕਲਿਆ ਇੱਕ ਮਿਆਨ 2 ਤਲਵਾਰਾਂ, ਕਿ ਇੱਕ ਮਿਆਨ ਦੇ ਵਿੱਚ ਜਿਵੇਂ 2 ਤਲਵਾਰਾਂ ਨਹੀਂ ਸਮਾ ਸਕਦੀਆਂ, ਉਸੇ ਤਰ੍ਹਾਂ ਇੱਕ ਪਰਿਵਾਰ ਦੇ ਵਿੱਚ 2 ਵਿਚਾਰਧਾਰਾਵਾਂ ਦੇ ਜਿਹੜੇ ਲੋਕ ਆ ਉਹ ਰਹਿ ਰਹੇ ਆ, ਪਰ ਉਹ ਇੱਕ ਦੂਜੇ ਤੋਂ ਆਪਣੀਆਂ ਗੱਲਾਂ ਨੂੰ ਗੁਪਤ ਰੱਖਦੇ ਆ। ਔਰ ਇਹ ਜਿਹੜੀਆਂ ਗੱਲਾਂ ਹੁੰਦੀਆਂ ਉਹ ਇਸੇ ਕਰਕੇ ਰੱਖਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਬੱਚਿਆਂ ਨੂੰ, ਦੋਨਾਂ ਨੂੰ, ਕਿ ਜੇਕਰ ਇਹਨਾਂ ਨੂੰ ਪਤਾ ਲੱਗ ਗਿਆ ਸੁਖਦੇਵ ਸਿੰਘ ਨੂੰ ਕਿ ਇਹ ਜਿਹੜੇ ਦੋਨੇ ਬੱਚੇ ਹੈਗੇ ਮੇਰਾ ਦੇਸ਼ ਦੀ ਆਜ਼ਾਦੀ ਦੇ ਵਿੱਚ ਭਾਗ ਲੈ ਰਹੇ ਆ, ਤਾਂ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਰੋਕੂਗਾ ਔਰ ਰੋਕ ਕੇ ਕਿਤੇ ਨਾ ਕਿਤੇ ਉਹਨਾਂ ਨੂੰ ਪੜ੍ਹਾਉਣ ਦੀ ਗੱਲ ਕਰੂਗਾ। ਕਿਉਂਕਿ ਉਸ ਸਮੇਂ ਇੰਨਾ ਖੂਨ ਚਿੱਟਾ ਹੋ ਗਿਆ ਸੀਗਾ ਕਿ ਜਿਹੜੇ ਅੰਗਰੇਜ਼ਾਂ ਦੀ ਭਗਤੀ ਦੇ ਵਿੱਚ ਸੁਖਦੇਵ ਇੰਨਾ ਲੀਨ ਸੀਗਾ, ਆਪਣੇ ਪੁੱਤ ਨੂੰ ਤੱਕ ਨੂੰ ਫੜਾਉਣ ਦੀ ਵੀ ਗੱਲ ਉਹ ਕਰਦਾ ਹੈਗਾ ਕਿ ਜੇਕਰ ਮੇਰੇ ਸਾਹਮਣੇ ਆ ਜੇ ਤਾਂ ਮੈਂ ਉਹਨੂੰ ਨਾਲ ਦੀ ਨਾਲ ਅੰਗਰੇਜ਼ ਸਰਕਾਰ ਕੋਲੇ, ਅੰਗਰੇਜ਼ ਪੁਲਿਸ ਕੋਲੇ ਫੜਵਾ ਦੇਵਾਂਗੇ, ਜਿਹੜੀ ਬਣਦੀ ਸਜ਼ਾ ਉਹਨੂੰ ਦਵਾ ਦੇਵਾਂਗਾ। ਔਰ ਸੁਖਦੇਵ ਅੱਗੇ ਜਾ ਕੇ ਨਾਵਲ 'ਚ ਆਪਾਂ ਦੇਖਾਂਗੇ ਮਥੁਰਾ ਸਿੰਘ ਨੂੰ ਵੀ ਉਹ ਅਫਗਾਨਿਸਤਾਨ ਤੋਂ ਜਾ ਕੇ ਫੜਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਔਰ ਉਸ ਦੇ ਬਦਲੇ ਉਹਨੂੰ ਇਨਾਮ ਵੀ ਮਿਲਦੇ ਹੈ। ਸੋ ਵਿਦਿਆਰਥੀਓ, ਇਸ ਤਰ੍ਹਾਂ ਦੇ ਨਾਲ ਇਹ ਨਾਵਲ ਹੈ ਜਿਹੜਾ ਇਤਿਹਾਸਕ ਤੇ ਕਾਲਪਨਿਕ ਪਾਤਰਾਂ ਦੇ ਨਾਲ ਆਪਣੀ ਕਹਾਣੀ ਸ਼ੁਰੂ ਕਰਦਾ ਹੈਗਾ ਔਰ ਉਹਨੂੰ ਸਿਰੇ ਵੀ ਲਾਉਂਦਾ ਹੈਗਾ। ਔਰ ਨਾਵਲਕਾਰ ਨੇ ਬੜੇ ਹੀ ਵਧੀਆ ਢੰਗ ਦੇ ਨਾਲ, ਜਿਸ ਤਰ੍ਹਾਂ ਉਹਦੀ ਇੱਕ ਸ਼ੈਲੀ ਰਹੀ ਹੈ ਨਾਨਕ ਸਿੰਘ ਦੀ, ਕਿ ਆਪਣੀ ਕਹਾਣੀ ਨੂੰ ਸਵਾਦਲਾ ਬਣਾਉਣ ਦੀ ਖਾਤਰ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਢੰਗ ਅਪਣਾਉਂਦਾ। ਉਹ ਵੱਖ-ਵੱਖ ਢੰਗ ਇਸ ਨਾਵਲ ਦੇ ਵਿੱਚ ਵੀ ਅਪਣਾਏ ਹੈਗੇ ਆ ਔਰ ਇਹਨਾਂ ਢੰਗਾਂ ਸਦਕਾ ਹੀ ਉਹ ਆਪਣੇ ਨਾਵਲ ਨੂੰ ਸਿਰੇ ਚਾੜਦਾ ਹੈ ਔਰ ਦੱਸਦਾ ਹੈ ਕਿ ਗਦਰ ਲਹਿਰ ਦੀ ਸ਼ੁਰੂਆਤ ਹੋਣ ਦੇ ਕਾਰਨ ਕੀ ਹੈ, ਉਹਦੇ ਜੋਬਨ ਤੇ ਪਹੁੰਚਣ ਤੇ ਕੀ ਕਾਰਨ ਹੈ, ਗਦਰ ਲਹਿਰ ਦੀਆਂ ਜਿਹੜੀਆਂ ਡੇਟਾਂ ਕਿਵੇਂ ਬਦਲਦੀਆਂ ਰਹੀਆਂ ਔਰ ਕਿਸ ਤਰ੍ਹਾਂ ਨਾਲ ਗਦਰ ਲਹਿਰ ਫੇਲ ਹੋ ਗਈ, ਇਹਦੇ ਬਾਰੇ ਨਾਵਲਕਾਰ ਨੇ ਜ਼ਿਕਰ ਕੀਤਾ ਹੈ। ਹੁਣ ਤੁਸੀਂ ਨਾਵਲ ਲਓਗੇ, ਨਾਵਲ ਲੈ ਕੇ ਪੜ੍ਹੋਗੇ, ਇਸ ਨੂੰ 3 ਭਾਗਾਂ ਦੇ ਵਿੱਚ ਰੱਖ ਕੇ ਪੜ੍ਹਿਓ ਤੁਸੀਂ। ਔਰ ਪੜ੍ਹਨ ਤੋਂ ਬਾਅਦ ਆਪਾਂ ਦੇਖਾਂਗੇ ਕਿ ਤੁਹਾਡੇ ਨਾਵਲ ਦੇ ਵਿੱਚ ਜਿਹੜੇ ਮੁੱਖ ਪਾਤਰ ਆਏ ਆ ਉਹਨਾਂ ਦਾ ਜ਼ਿਕਰ ਕਰਾਂਗੇ। ਇਸ ਨਾਵਲ ਦੇ ਵਿੱਚ ਜਿਹੜਾ ਮੁੱਖ ਵਿਸ਼ਾ ਪੇਸ਼ ਹੋਇਆ ਉਹਦੀ ਗੱਲ ਕਰਾਂਗੇ। ਇਸ ਨਾਵਲ ਦੀਆਂ ਜਿਹੜੀਆਂ ਕਲਾ ਯੁਕਤਾਂ ਉਹਦੀ ਗੱਲ ਕਰਾਂਗੇ। ਆਉਣ ਵਾਲੇ ਲੈਕਚਰਾਂ ਦੇ ਵਿੱਚ ਇਹਦੇ ਬਾਰੇ ਆਪਾਂ ਵਿਸਥਾਰ ਦੇ ਵਿੱਚ ਗੱਲ ਕਰਾਂਗੇ। ਅੱਜ ਦਾ ਲੈਕਚਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਜਦੋਂ ਆਪਾਂ ਅਗਲੇ ਲੈਕਚਰ ਲਾਵਾਂਗੇ ਨਾਵਲ ਪੜ੍ਹ ਚੁੱਕੇ ਹੋਵੋਗੇ ਤਾਂ ਤੁਹਾਨੂੰ ਇਹ ਗੱਲ ਹੋਰ ਸਪਸ਼ਟ ਰੂਪ ਦੇ ਵਿੱਚ ਸਮਝ ਆ ਜਾਊ, ਕਿਉਂਕਿ ਤੁਹਾਡਾ ਜਿਹੜਾ ਪਾਠਕ੍ਰਮ ਹੈ, ਤੁਹਾਡਾ ਜਿਹੜਾ ਸਿਲੇਬਸ ਹੈਗਾ, ਉਸ ਦੇ ਵਿੱਚ ਇੱਕ ਮਿਆਨ 2 ਤਲਵਾਰਾਂ ਨਾਵਲ ਦਾ ਬਹੁਤ ਮਹੱਤਵ ਹੈ। ਤੁਹਾਡੇ ਵਿੱਚੋਂ ਤਕਰੀਬਨ ਜਿੰਨੇ ਵੀ ਕੁਐਸਚਨ ਪੁੱਛੇ ਜਾਣਗੇ 75 ਨੰਬਰ ਦੇ, ਉਹਦੇ ਵਿੱਚੋਂ 50% ਜਿਹੜੇ ਕੁਐਸਚਨ ਹੈ ਇਸੇ ਬੁੱਕ ਦੇ ਵਿੱਚੋਂ, ਇਸੇ ਕਿਤਾਬ ਦੇ ਵਿੱਚੋਂ ਆਉਣਗੇ। ਛੋਟੇ ਉੱਤਰਾਂ ਵਾਲੇ ਪ੍ਰਸ਼ਨ ਵੀ ਇਸੇ ਦੇ ਵਿੱਚੋਂ ਪੁੱਛੇ ਜਾਣਗੇ ਮੈਕਸਿਮਮ, ਔਰ ਜਿਹੜੇ 2 ਲੈਂਥੀ ਕੁਐਸਚਨ ਵੀ ਇਸੇ ਦੇ ਵਿੱਚੋਂ ਪੁੱਛੇ ਜਾਣਗੇ। ਸੋ ਤੁਸੀਂ ਧਿਆਨ ਦੇ ਨਾਲ ਇਹਦੀ ਤਿਆਰੀ ਕਰਨੀ ਹੈ, ਨਾਵਲ ਨੂੰ ਧਿਆਨ ਨਾਲ ਪੜ੍ਹਨਾ ਹੈ ਤੇ ਆਉਣ ਵਾਲੇ ਲੈਕਚਰਾਂ ਦੇ ਵਿੱਚ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਅੱਜ ਆਪਾਂ ਗੱਲ ਨੂੰ ਇੱਥੇ ਹੀ ਖਤਮ ਕਰਦੇ ਹਾਂ।